जिंदाबाद 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 We want Justice! We want Justice! One promotion One promotion, one promotion! We want Justice! We want Justice! कोई किताबां नहीं लेके गए सी, कोई प्रैक्टिकल नहीं होए, कोई ऑनलाइन ढंग की क्लास नहीं हुई, तां करके विद्यार्थी ਜਿਹੜੇ ऑफलाइन पेपर नहीं दे सकते। 10 डेज के लिए ओनली हम गए थे घर, लेकिन घर में सर एक्सटेंड होता गया लॉकडाउन, जिसकी वजह से हम 9th मंथ घर में रहे और जो बुक्स जो मटेरियल था स्टडी का वो सारा सर हॉस्टल में रहा। ਸਿੱਧਾ ਇਹ ਆ ਵੀ ਜੇ ਕਲਾਸਾਂ ਨਹੀਂ ਹੋਈਆਂ ਤਾਂ ਜਿਵੇਂ ਉਹਨਾਂ ਦੀ ਪਿਛਲੀ ਕਾਰਜਕਾਰੀ ਰਹੀ ਆ, ਜਿਵੇਂ ਉਹਨਾਂ ਦੀ ਕਲਾਸਾਂ ਪਿਛਲੇ ਲਾਈਆਂ ਜਾਂ ਟੈਸਟ ਵਗੈरह ਹੁੰਦੇ ਰਹੇ ਆ, ਉਹਦੇ ਅਕੋਰਡਿੰਗ ਰਿਜ਼ਲਟ ਕੱਢਿਆ ਜਾ ਸਕਦਾ। कोई किसी ने बात नहीं सुनी, लेकिन जब हम इलीगल तौर पर रोड हमने जब ब्लॉक किया, ट्रांसपोर्ट बंद हो गया, तो जो भी पंजाब की पुलिस है वो आए हमारे साथ, उन्होंने डिस्कशन की, लेकिन 2 बंदे हमारे भेजे अंदर बात करने के लिए। जब अभी तक मैम नहीं थी तो यानी जब हमने इलीगल तौर से प्रोटेस्ट करना स्टार्ट किया तो अभी कैसे पहुंची मैं J&K में नेटवर्क बिल्कुल नहीं है, वहाँ पे सर कॉल भी मुश्किल से हो रही है। तो 2G नेट सर मतलब ओनली 1 मंथ हो गया 2G नेट जो है चल रहा है, वही बात है, ना प्रैक्टिकल हुए ना कुछ। और अगर ये एग्ज़ाम लेंगे सर, वैसे भी हमारे 3 मंथ ज़ाया हो गए हैं नेक्स्ट ईयर के, और अगर एग्ज़ाम लेंगे तो 2-3 मंथ और ज़ाया होंगे। ਹੁਣ ਜਦੋਂ ਅਸੀਂ ਉਹ ਪੜ੍ਹ ਹੀ ਨਹੀਂ ਪਾਏ, ਉਹ ਦੇਖ ਹੀ ਨਹੀਂ ਪਾਏ, ਅਸੀਂ ਕਿਵੇਂ ਪ੍ਰੈਕਟੀਕਲ ਵਿੱਚ ਜਦੋਂ ਸਾਨੂੰ ਦਿਖਾਇਆ ਜਾਊਗਾ ਵੀ ਆ ਕਿਹੜੀ ਹੱਡੀ ਆ, ਅਸੀਂ ਕਿਵੇਂ ਦੱਸ ਦਾਂਗੇ ਕਿਹੜੀ ਹੱਡੀ ਆ। वैसे तो हमने सर बहुत सारे प्रोटेस्ट किए, घरशंकर में हमारा प्रोटेस्ट हुआ, नवाशहर में हमारा प्रोटेस्ट हुआ, चंडीगढ़ में हुआ, जम्मू में हुआ, बहुत सारी जगहों पे हुआ, लेकिन कोई भी ध्यान इस पे नहीं दे रहा है। ਬਾਬਾ ਫਰੀਦ ਯੂਨੀਵਰਸਿਟੀ ਜਿਹੜੀ ਲਗਾਤਾਰ ਵਿਵਾਦਾਂ ਦੇ ਵਿੱਚ ਰਹਿੰਦੀ ਹੈ, ਅੱਜ ਫਿਰ ਤੋਂ ਜਿਹੜਾ ਇੱਕ ਬਾਬਾ ਫਰੀਦ ਯੂਨੀਵਰਸਿਟੀ ਦੇ ਨਾਲ ਵਿਵਾਦ ਜਿਹੜਾ ਸਾਹਮਣੇ ਆ ਰਿਹਾ ਹੈ, ਕਿਉਂਕਿ ਜਿਹੜਾ ਇੱਥੇ ਯੂਨੀਵਰਸਿਟੀ ਦੇ ਬਾਹਰ ਜਿਹੜਾ ਲਗਾਤਾਰ ਪਹਿਲਾਂ ਵੀ ਧਰਨੇ ਪ੍ਰਦਰਸ਼ਨ ਹੁੰਦੇ ਰਹਿੰਦੇ ਆ, ਅੱਜ ਜਿਹੜੇ ਹੈਗੇ ਸਟੂਡੈਂਟਾਂ ਵੱਲੋਂ ਜਿਹੜਾ ਇੱਥੇ ਯੂਨੀਵਰਸਿਟੀ ਦੇ ਗੇਟ ਦੇ ਸਾਹਮਣੇ ਜਿਹੜਾ ਆਪਦੇ ਵੱਲੋਂ ਧਰਨਾ ਲਾਇਆ ਗਿਆ ਹੈ। ਸਾਡੇ ਨਾਲ ਉਹ ਜਿਹੜੇ ਸਟੂਡੈਂਟ ਮੌਜੂਦ ਹੈ, ਬਾਹਰਲੇ ਰਾਜਾਂ ਤੋਂ ਵੀ ਦੱਸੇ ਜਾ ਰਹੇ ਆ, ਇੱਥੇ ਸਟੂਡੈਂਟ ਆਏ ਆ, ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਉਹਨਾਂ ਦਾ ਕਹਿਣਾ ਹੈ ਕਿਉਂ ਉਹਨਾਂ ਨੂੰ ਅੱਜ ਜਿਹੜਾ ਯੂਨੀਵਰਸਿਟੀ ਦੇ ਬਾਹਰ ਧਰਨਾ ਲਾਉਣਾ ਪਿਆ। ਸਰ ਇੱਕ ਤਾਂ ਇਹ ਆ ਵੀ ਯੂਨੀਵਰਸਿਟੀ ਇੱਕ ਆਨਲਾਈਨ ਪੜ੍ਹਾਈ ਦੇ ਨਾਮ ਤੇ ਕਾਫੀ ਚਲਾ ਰਹੀ ਸੀ ਵੀ ਆਨਲਾਈਨ ਕਲਾਸਾਂ ਲਈਆਂ ਜਾ ਰਹੀਆਂ, ਕੋਈ ਢੰਗ ਨਾਲ ਕਲਾਸ ਨਹੀਂ ਹੋਈ। ਸਾਰੇ ਸਬਜੈਕਟ ਸਾਰਿਆਂ ਨੂੰ ਪਤਾ ਵੀ ਮੈਡੀਕਲ ਕਾਲਜ ਦੇ ਜਿੰਨੇ ਵੀ ਸਬਜੈਕਟ ਹੁੰਦੇ ਸਾਰੇ ਪ੍ਰੈਕਟੀਕਲ ਸਬਜੈਕਟ ਹੁੰਦੇ ਆ। ਕੋਈ ਆਨਲਾਈਨ ਢੰਗ ਨਾਲ ਪੜ੍ਹਾਈ ਨਾ ਹੋਣ ਦੇ ਬਾਵਜੂਦ ਵੀ ਇਹਨਾਂ ਨੇ 1 ਤਰੀਕ ਨੂੰ ਸਟੂਡੈਂਟ ਕਸ਼ਮੀਰ ਵਾਲੇ ਵੀ 1 ਤਰੀਕ ਨੂੰ ਇੱਥੇ ਆਉਂਦੇ ਆ, 2 ਤਰੀਕ ਨੂੰ ਡੇਟ ਸ਼ੀਟ ਕੱਢ ਦਿੱਤੀ ਜਾਂਦੀ ਵੀ 18 ਤਰੀਕ ਨੂੰ ਤੁਹਾਡਾ ਪਹਿਲਾ ਪੇਪਰ ਆ, 17 ਤਰੀਕ ਨੂੰ ਤਾਂ 18 ਤਰੀਕ ਨੂੰ। ਮੈਂ ਵੀ ਮੈਡੀਕਲ ਕਾਲਜ ਦੀ ਸਟੂਡੈਂਟ ਆ, ਮੇਰੇ ਵੀ ਦਸੰਬਰ 'ਚ ਪੇਪਰ ਆ। ਇੱਕ ਯੂਨੀਵਰਸਿਟੀ ਵੱਲੋਂ ਲਾਕਡਾਊਨ ਦਰਮਿਆਨ ਵੀ ਆਫਲਾਈਨ ਪੇਪਰ ਲਏ ਗਏ ਆ, ਹੁਣ ਫਿਰ ਜਿਹੜਾ ਆਨਲਾਈਨ ਕਲਾਸਾਂ ਲੈ ਕੇ ਆਫਲਾਈਨ ਮਤਲਬ ਬੱਚੇ ਨਹੀਂ ਦੇ ਸਕਦੇ। ਕਈ ਸਟੂਡੈਂਟ ਅਦਰ ਸਟੇਟ ਦੇ ਸਟੂਡੈਂਟ ਬਹੁਤ ਵੱਡੀ ਗਿਣਤੀ ਵਿੱਚ ਇਸ ਯੂਨੀਵਰਸਿਟੀ 'ਚ ਪੜ੍ਹਦੇ ਆ, ਉਹ ਜਿਹੜੇ ਨਾ ਤਾਂ ਕਿਤਾਬਾਂ ਲੈ ਕੇ ਗਏ ਸੀ, ਉਦੋਂ ਸਿਰਫ 10-15 ਦਿਨ ਦੀ ਗੱਲ ਕਹਿ ਕੇ ਉਹਨਾਂ ਨੂੰ ਹੋਸਟਲਾਂ 'ਚੋਂ ਕੱਢ ਦਿੱਤਾ ਗਿਆ ਸੀ। ਕੋਈ ਕਿਤਾਬਾਂ ਨਹੀਂ ਲੈ ਕੇ ਗਏ ਸੀ, ਕੋਈ ਪ੍ਰੈਕਟੀਕਲ ਨਹੀਂ ਹੋਏ, ਕੋਈ ਆਨਲਾਈਨ ਢੰਗ ਦੀ ਕਲਾਸ ਨਹੀਂ ਹੋਈ, ਤਾਂ ਕਰਕੇ ਵਿਦਿਆਰਥੀ ਜਿਹੜੇ ਆਫਲਾਈਨ ਪੇਪਰ ਨਹੀਂ ਦੇ ਸਕਦੇ। ਸਾਡੀ ਇਹ ਮੰਗ ਆ ਵੀ ਵਿਦਿਆਰਥੀ ਨੂੰ ਪ੍ਰਮੋਟ ਕੀਤਾ ਜਾਣਾ ਚਾਹੀਦਾ, ਜਾਂ ਫਿਰ ਥੋੜ੍ਹਾ ਉਹਨਾਂ ਨੂੰ ਟਾਈਮ ਦੇ ਕੇ, ਹੁਣ ਜਿਵੇਂ ਕਿ ਉਹਨਾਂ ਦਾ ਆ ਗਿਆ ਹੈ, ਕੈਪਟਨ ਅਮਰਿੰਦਰ ਦਾ ਆ ਗਿਆ ਵੀ 16 ਤਰੀਕ ਤੋਂ ਕਾਲਜ ਯੂਨੀਵਰਸਿਟੀਆਂ ਖੋਲ੍ਹੀਆਂ ਜਾਣਗੀਆਂ, ਉਹਨਾਂ ਨੂੰ 1 ਮਹੀਨਾ ਘੱਟੋ ਘੱਟ ਕਲਾਸਾਂ ਲਾ ਕੇ ਤੇ ਆਨਲਾਈਨ ਪੇਪਰ ਉਹਨਾਂ ਦੇ ਲਏ ਜਾਣੇ ਚਾਹੀਦੇ, ਜਾਂ ਫਿਰ ਸਿੱਧਾ ਇਹ ਆ ਵੀ ਜੇ ਕਲਾਸਾਂ ਨਹੀਂ ਹੋਈਆਂ ਤਾਂ ਜਿਵੇਂ ਉਹਨਾਂ ਦੀ ਪਿਛਲੀ ਕਾਰਜਕਾਰੀ ਰਹੀ ਆ, ਜਿਵੇਂ ਉਹਨਾਂ ਦੀ ਕਲਾਸਾਂ ਪਿਛਲੇ ਲਾਈਆਂ ਜਾਂ ਟੈਸਟ ਵਗੈरह ਹੁੰਦੇ ਰਹੇ ਆ, ਉਹਦੇ ਅਕੋਰਡਿੰਗ ਰਿਜ਼ਲਟ ਕੱਢਿਆ ਜਾ ਸਕਦਾ। ਆਫਲਾਈਨ ਜਿਹੜੇ ਹੁਣੇ ਟੈਸਟ ਉਹ 'ਚ ਤੁਹਾਨੂੰ ਕੀ ਦਿੱਕਤ ਆ ਰਹੀ ਹੈ, ਕਿਉਂਕਿ ਜਾਂ ਆਪਾਂ ਮੰਨ ਲਈਏ ਜਿਹੜਾ ਸਟਾਫ ਆ ਉਹਨਾਂ ਨੇ ਤੁਹਾਨੂੰ ਜਿਹੜਾ ਆਨਲਾਈਨ ਚੰਗੀ ਤਰ੍ਹਾਂ ਪੜ੍ਹਾਇਆ ਨਹੀਂ, ਜਾਂ ਤੁਹਾਨੂੰ ਸਮਝ ਨਹੀਂ, ਇਹਦਾ ਮੁੱਖ ਕਾਰਨ ਕੀ ਹੈ? ਮੁੱਖ ਕਾਰਨ ਇਹ ਹੈ ਸਰ ਵੀ ਅਸੀਂ ਸਾਰੇ ਸਬਜੈਕਟ ਪ੍ਰੈਕਟੀਕਲ ਸਬਜੈਕਟ ਆ ਵੀ ਹੁਣ ਜੇ ਅੱਜ ਅਸੀਂ ਜੋ ਆਨਲਾਈਨ ਉਹਨਾਂ ਨੇ ਪੜ੍ਹਾਇਆ, ਆਨਲਾਈਨ ਸਿਰਫ ਅਸੀਂ ਇਹ ਪੜ੍ਹ ਲਿਆ ਵੀ ਆਨਲਾਈਨ ਇੱਕ ਲੱਤ ਹੁੰਦੀ ਆ, ਆਫਲਾਈਨ ਸਾਨੂੰ ਪ੍ਰੈਕਟੀਕਲ ਵਿੱਚ ਲੱਤ ਦੀ ਕੱਲੀ ਚੀਜ਼ ਦਿਖਾਈ ਜਾਂਦੀ ਹੈ। ਹੁਣ ਜਦੋਂ ਅਸੀਂ ਉਹ ਪੜ੍ਹ ਹੀ ਨਹੀਂ ਪਾਏ, ਉਹ ਦੇਖ ਹੀ ਨਹੀਂ ਪਾਏ, ਅਸੀਂ ਕਿਵੇਂ ਪ੍ਰੈਕਟੀਕਲ ਵਿੱਚ ਜਦੋਂ ਸਾਨੂੰ ਦਿਖਾਇਆ ਜਾਊਗਾ ਵੀ ਆ ਕਿਹੜੀ ਹੱਡੀ ਆ, ਅਸੀਂ ਕਿਵੇਂ ਦੱਸ ਦਾਂਗੇ ਕਿਹੜੀ ਹੱਡੀ ਆ। ਮਤਲਬ ਆਫਲਾਈਨ ਪੜ੍ਹਾਈ ਦੇ ਨਾਲ ਹੀ ਅਸੀਂ ਇਹ ਦੱਸ ਸਕਦੇ ਹਾਂ ਪ੍ਰੈਕਟੀਕਲ ਸਬਜੈਕਟ, ਸਾਰੇ ਪ੍ਰੈਕਟੀਕਲ ਸਬਜੈਕਟ ਆ ਵੀ ਜਿਵੇਂ ਇਹ ਫਿਰ ਜੇ ਕਿਸੇ ਨੇ ਪੇਸ਼ੈਂਟ ਦੇਖਿਆ ਹੀ ਨਹੀਂ, ਫਿਰ ਉਹ ਕਿਵੇਂ ਦੱਸੂਗਾ ਉਹਦੀ ਬਿਮਾਰੀ ਕਿਵੇਂ ਆ। ਆਨਲਾਈਨ ਪੜ੍ਹਾਈ ਦੇ ਨਾਮ ਤੇ ਕੁਝ ਵੀ ਨਹੀਂ ਸੀਗਾ, ਇੱਥੋਂ ਤੱਕ ਤੇ ਜਿਹੜੇ ਕਸ਼ਮੀਰੀ ਸਟੂਡੈਂਟ ਸੀਗੇ ਉੱਥੇ 2G ਨੈਟ ਚੱਲਦਾ, ਉਹ ਇੱਕ ਮੈਸੇਜ ਡਿਲੀਵਰ ਹੋਣ ਤੇ ਘੰਟਿਆਂ ਲੱਗ ਜਾਂਦੇ ਸੀ, ਉਹ ਆਨਲਾਈਨ ਕੋਈ ਮਤਲਬ ਪੜ੍ਹਾਈ ਦਾ ਲਾਹਾ ਨਹੀਂ ਲੈ ਸਕੇ। ਪੰਜਾਬ ਵਿੱਚ ਵੀ ਅਸੀਂ ਕਈ ਵਿਦਿਆਰਥੀਆਂ ਕੋਲੇ ਫੋਨ ਹੀ ਨਹੀਂ ਹੈਗੇ ਸੀ, ਮੇਰੇ ਕੋਲ ਖੁਦ ਕੋਲੇ ਫੋਨ ਨਹੀਂ ਹੈ ਸੀ,
ਮੈਂ ਆਪਦੇ ਦੋਸਤਾਂ ਤੋਂ ਫੋਨ ਮੰਗਿਆ, ਅੱਧੀਆਂ ਕਲਾਸਾਂ ਲਾਈਆਂ, ਉਹ ਢੰਗ ਨਾਲ ਸਮਝ ਨਹੀਂ ਆਈਆਂ, ਕਿਉਂਕਿ ਕਿੱਥੇ ਆਫਲਾਈਨ ਪੜ੍ਹਾਈ ਪ੍ਰੈਕਟੀਕਲ ਲੈਬ ਦੇ ਨਾਲ ਅਸੀਂ ਸਮਝਦੇ ਹਾਂ, ਕਿੱਥੇ ਆਨਲਾਈਨ ਪੜ੍ਹਾਈ ਵਿੱਚ ਅਸੀਂ ਕੁਝ ਨਹੀਂ ਸਮਝ ਸਕੇ। ਤੇ ਨਾ ਹੀ ਸਾਡੇ ਕੋਲ ਕਿਤਾਬਾਂ ਸੀ, ਨਾ ਅਸੀਂ ਲਾਇਬ੍ਰੇਰੀ ਤੋਂ ਵੀ ਬਹੁਤ ਦੂਰ ਸੀ, ਸਾਰੀਆਂ ਕਿਤਾਬਾਂ ਖਰੀਦਣ ਦੇ ਸਾਡੇ ਕੋਲ ਇੰਨੇ ਪੈਸੇ ਹੁੰਦੇ ਨਹੀਂਗੇ, ਕਿਉਂਕਿ ਫੀਸਾਂ ਹੀ ਇੰਨੀਆਂ ਹੈਗੀਆਂ। ਤੇ ਅਸੀਂ ਨਾ ਲਾਇਬ੍ਰੇਰੀ ਜਾ ਸਕਦੇ ਸੀ, ਨਾ ਸਾਡੇ ਕੋਲ ਪੂਰੀਆਂ ਕਿਤਾਬਾਂ ਸੀ, ਨਾ ਅਸੀਂ ਦੂਰ ਪੜ੍ਹਨ ਵਾਲੇ ਵਿਦਿਆਰਥੀ ਸੀ, ਤਾਂ ਕਰਕੇ ਕਿਤਾਬਾਂ ਨਾ ਹੋਣ ਦੇ ਬਾਵਜੂਦ ਵੀ ਅਸੀਂ ਨਹੀਂ ਪੜ੍ਹ ਸਕੇ। ਇਸ ਲਈ ਅਸੀਂ ਕਹਿ ਰਹੇ ਹਾਂ ਵੀ ਮਾਸ ਪ੍ਰਮੋਸ਼ਨ ਹੀ ਇਹਦਾ ਇੱਕੋ ਹੱਲ ਆ, ਵੀ ਮਾਸ ਪ੍ਰਮੋਸ਼ਨ ਕੀਤੀ ਜਾਣੀ ਚਾਹੀਦੀ ਹੈ। ਨਹੀਂ ਅਗਰ ਇਹ ਨਹੀਂ ਕਰਦੇ ਤਾਂ ਅਸੀਂ ਪਿੰਡਾਂ ਵਿੱਚੋਂ ਵੀ ਮੋਬਿਲਾਈਜੇਸ਼ਨ ਕਰਕੇ ਲੈ ਕੇ ਆਵਾਂਗੇ, ਹੋਰ ਵਿਦਿਆਰਥੀਆਂ ਨੂੰ ਵੀ ਮੈਸੇਜ ਲਾਵਾਂਗੇ ਤੇ ਵੱਡੀ ਲਾਮਬੰਦੀ ਕਰਕੇ ਵੱਡਾ ਸੰਘਰਸ਼ ਉਲੀਕਾਂਗੇ। ਕਿੰਨਾ ਟਾਈਮ ਹੋ ਗਿਆ ਤੁਹਾਨੂੰ ਜਿਹੜਾ ਅੱਜ ਧਰਨੇ ਤੇ ਬੈਠਿਆਂ ਨੂੰ? ਅਸੀਂ 11 ਵਜੇ ਦੇ ਆਏ ਹੋਏ ਆ, ਇੱਥੇ 11 ਵਜੇ ਇਕੱਠੇ ਹੋ ਗਏ ਸੀ। ਅਸੀਂ 2 ਘੰਟੇ ਉੱਥੇ ਵੀ ਬੈਠੇ ਰਹੇ ਹਾਂ, ਕਿਸੇ ਨੇ ਸਾਡੀ ਕੋਈ ਗੱਲਬਾਤ ਨਹੀਂ ਸੁਣੀ, ਇਸ ਲਈ ਅਸੀਂ ਰੋਡ ਤੇ ਆ ਕੇ ਜਾਮ। ਯੂਨੀਵਰਸਿਟੀ ਦੇ ਅਧਿਕਾਰੀਆਂ ਨਾਲ ਜਾਂ ਵੀਸੀ ਸਾਹਿਬ ਨਾਲ ਜਾਂ ਹੋਰ ਕਿਸੇ ਨਾਲ ਹੁਣ ਤੱਕ ਤੁਹਾਡੀ ਗੱਲਬਾਤ ਹੋਈ ਹੈ ਜਾਂ ਉਹਨਾਂ ਨੂੰ ਸੁਣੀ? ਜਿੰਨੇ ਵੀ ਅੰਦਰ ਬੈਠੇ ਸੀ ਉਹ ਇਹੀ ਕਹਿ ਰਹੇ ਸੀ ਵੀ ਰਜਿਸਟਰਾਰ ਵੀ ਲੀਵ ਤੇ ਨੇ, ਵੀਸੀ ਵੀ ਲੀਵ ਤੇ ਨੇ। ਹੁਣ ਕਹਿ ਰਹੇ ਆ ਵੀ ਵੀਸੀ ਗੱਲ ਸੁਣ ਗਏ ਆ, ਕੁਝ ਵੀ ਕੋਈ ਹਜੇ ਕਿਸੇ ਨੇ ਵੀ ਕੋਈ ਗਾਰੰਟੀ ਨਹੀਂ ਦਿੱਤੀ ਗੱਲ ਕਰਨ ਦੀ। ਕੁਝ ਸਾਥੀ ਅੰਦਰ ਗੱਲਬਾਤ ਕਰਨ ਗਏ ਸੀ, ਉਹ ਹਜੇ ਤੱਕ ਵਾਪਸ ਨਹੀਂ ਆਏ। ਤਾਂ ਇਹ ਸੀਗੇ ਜਿਹੜੇ ਪੰਜਾਬ ਦੇ ਸਟੂਡੈਂਟ ਹੈ, ਉਹ ਵੀ ਅੱਜ ਜਿਹੜੇ ਯੂਨੀਵਰਸਿਟੀ ਦੇ ਬਾਹਰ ਧਰਨੇ ਤੇ ਬੈਠੇ ਆ। ਤੇ ਨਾਲ ਤੁਹਾਨੂੰ ਦਿਖਾ ਦਿੰਦੇ ਆ ਕਿ ਜੰਮੂ ਐਂਡ ਕਸ਼ਮੀਰ ਤੋਂ ਵੀ ਜਿਹੜੇ ਬਾਹਰਲੇ ਰਾਜਾਂ ਤੋਂ ਇੱਥੇ ਜਿਹੜੇ ਸਟੂਡੈਂਟ ਆਏ ਆ, ਉਹਨਾਂ ਨੂੰ ਵੀ ਇਹ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ। ਉਹਨਾਂ ਨਾਲ ਗੱਲਬਾਤ ਕਰ ਰਹੇ ਹਾਂ। ਹਾਂਜੀ, ਕੀ ਨਾਮ ਹੈ, क्या कहना चाਹੁੰਦੇ? सर मेरा नाम राशि शफीक है फ्रॉम JNK। सर हमारी मांग यही है कि हमें प्रमोट किया जाए नेक्स्ट ईयर में। न सर हम मान लेंगे ऑनलाइन एग्ज़ाम्स के लिए, न ऑफलाइन, क्योंकि सर आप बखूबी से जानते हैं जब कोविड-19 पेंडेमिक का चक्कर पड़ा तो अचानक से बाबा फरीद यूनिवर्सिटी ने नोटिफिकेशन निकाली कि आप जो है यानी हॉस्टल को कॉलेज वालों को नोटिफिकेशन भेजी कि आप अपने स्टूडेंट्स को घर भेजो। तो सर हम मतलब तैयारी हो रहे थे ब्रेकफास्ट के लिए, तब तक ऑर्डर आया हमें तो कि आप जो है हॉस्टल छोड़ दो, आप चले जाओ घर विदिन 10 मिनट्स। तो सर हम हर बात में हमें सारी जो बुक्स मटेरियल जो था वो सारा हॉस्टल में था, तो हम चले गए सर घर। तो सर 10 डेज़ के लिए ओनली हम गए थे घर, लेकिन घर में सर एक्सटेंड होता गया लॉकडाउन, जिसकी वजह से हम 9th मंथ घर में रहे और जो बुक्स जो मटेरियल था स्टडी का वो सारा सर हॉस्टल में रहा। उसके बाद सर जो नेट की बात है, ऑनलाइन क्लासों की बात, जो ऑनलाइन क्लासों चली सर, उसमें तो आप बखूबी से जानते हैं कि JNK में नेटवर्क बिल्कुल नहीं है, वहाँ पे सर कॉल भी मुश्किल से हो रही है। तो 2G नेट सर मतलब ओनली 1 मंथ हो गया 2G नेट जो है चल रहा है। तो जो भी PDF भेजी यानी सर ने कॉलेज के सर्स ने जो भी PDF भेजी हैं वो सारी की सारी व्हाट्सएप पे अभी वैसी ही पेंडिंग है, ना वो खुल रही है ना कुछ। तो सर हमारा जो मेडिकल प्रोफेशन जो है वो प्रैक्टिकल के बेस पे है, ना कि थ्योरी के बेस पे। अगर पेशेंट हमारे पास कोई भी आता है, कोई भी डिजीज़ उसमें है, हम सर उसको ये नहीं बता सकते हैं कि हमने थ्योरी पढ़ा है, ये बता मतलब थ्योरी बोल सकते हैं तो वो ठीक हो जाएगा। जब तक ना हम उसको मेडिसिन देंगे, प्रैक्टिकल करेंगे, तब जाके सर वो रिकवर होगा। वही बात है, ना प्रैक्टिकल हुए ना कुछ। और अगर ये एग्ज़ाम लेंगे सर, वैसे भी हमारे 3 मंथ ज़ाय हो गए हैं नेक्स्ट ईयर के, और अगर एग्ज़ाम लेंगे तो 2-3 मंथ और ज़ाय होंगे, फिर बचे क्या नेक्स्ट ईयर में, हमारा नेक्स्ट ईयर भी हमारा जो है लॉस हो जाएगा। लिहाजा हमारी यही मांग है कि हमें जो है नेक्स्ट ईयर में प्रमोट किया जाएगा डायरेक्ट, क्योंकि इंटरनेशनल नर्सिंग काउंसिल ने, इंडियन नर्सिंग काउंसिल जो है उसने गाइडलाइंस दी हैं कि अगर कोई डिफेक्ट पड़ रहा है स्टूडेंट्स को नेक्स्ट ईयर में तो उनको डायरेक्ट प्रमोट किया जाए नेक्स्ट ईयर में। बाकी यूनिवर्सिटीज़ ने जो है ये गाइडलाइंस फॉलो की है, ओनली बाबा फरीद यूनिवर्सिटी जो है ये गाइडलाइंस फॉलो नहीं कर रही है। वैसे तो हमने सर बहुत सारे प्रोटेस्ट किए, घरशंकर में हमारा प्रोटेस्ट हुआ, नवाशहर में हमारा प्रोटेस्ट हुआ, चंडीगढ़ में हुआ, जम्मू में हुआ, बहुत सारी जगहों पे हुआ, लेकिन कोई भी ध्यान इस पर नहीं दे रहा है, जिसकी वजह से हमें यहाँ आना पड़ा। लेकिन सुबह से हम यहाँ बैठे हैं, 6 घंटे हो गए हम बाहर बैठे हुए हैं, कोई भी हमारी आवाज़ सुनने के लिए तैयार नहीं है। बोल रहे हैं कि मैम जो है लीव पे है, लेकिन जब फीस की बात आती है सर, उस टाइम जो है हर एक फीस के लिए पकड़ने के लिए तैयार होता है कि मैं यहाँ पे हूँ, कोई बात नहीं, मैम नहीं है। लेकिन अब हमारी जो है बात सुनने के लिए कोई आज नहीं बोल रहा है कि हम आपकी बात सुनेंगे, सारे बोल रहे हैं कि मैम छुट्टी पे हैं, कोई बात नहीं। आप जब कोविड-19 में फंस चुके थे, आपकी पढ़ाई नहीं हुई, आपका जो ऑनलाइन पढ़ाई नहीं हुई, इसके प्रति आपने वाइस चांसलर या और जो आपको पढ़ा रहे थे जो स्टाफ है उनसे पहले कोई बात हुई है इससे पहले? यस सर, हाँ उनसे पहले बात हुई थी। उन्होंने ये बताया, हमें इसलिए बुलाया कॉलेज कि आ जाओ आप मतलब 31-32 तक आने चाहिए कॉलेज, हम नेक्स्ट ईयर की जो है क्लासें स्टार्ट करेंगे। सर हम वहीं पे हमारी फ्लाइट ही मसा हुई थी, मसा टिकट बुक हुई हमारी, तो तब तक यूनिवर्सिटी ने डेट शीट निकाली कि एग्जामिनेशन विल है, मतलब एग्जामिनेशन स्टार्ट होंगे 10 से।
10 से हमारे एग्जामिनेशन स्टार्ट थे। जब हम यहाँ पहुँचे तो जब प्रोटेस्ट होता जाए तो इन्होंने एक्सटेंड किए 10 डेज और। सर आप ही बताएं 20 डेज में कितना हम पढ़ सकते हैं? हमारी यही मांग है कि हमें जो है नेक्स्ट ईयर में प्रमोट किया जाए बस। हाँ, आज की बात कर लें। आज वाइस चांसलर से आपकी बात हुई है? क्योंकि ये तो पंजाब के स्टूडेंट आपकी हुई है कि आप बाहरले राज्यों से है, आपकी दिक्कत बताइए उनको। नहीं सर, वही बोल रहा हूँ मैं कि सुन ही नहीं रहा है कोई, यहाँ पे है ही नहीं, बोल रहे हैं कि है ही नहीं कोई। हमने नाराबाजी की, नाराबाजी की, शोर उठाया, वहाँ पे हम गेट के बाहर बैठे, मतलब लीगल तरीके से हम गए, कोई किसी ने बात नहीं सुनी। लेकिन जब हम इलीगल तौर पर रोड हमने जब ब्लॉक किया, ट्रांसपोर्ट बंद हो गया, तो जो भी पंजाब की पुलिस है वो आए हमारे साथ, उन्होंने डिस्कशन की, लेकिन 2 बंदे हमारे भेजे अंदर बात करने के लिए। जब अभी तक मैम नहीं थी तो यानी जब हमने इलीगल तौर से प्रोटेस्ट करना स्टार्ट किया तो अभी कैसे पहुंची मैम, ये बता दे सर। ये हमारी मतलब ये क्वेश्चन है इनसे हमारे कि इनका जो है हमें हल होना चाहिए। तो अब 2 बंदे चले गए हैं अंदर, अभी वो वापस नहीं आ रहे हैं, इन्फॉर्मेशन कुछ नहीं अभी मिली है। तो अगर इन्फॉर्मेशन हमारी अच्छी आई तो हम चले जाएंगे, अगर नहीं तो तब तक हमारे इधर ही रहेंगे जब तक ना हमें जो है प्रमोट किया जाएगा नेक्स्ट ईयर में। इधर कहाँ रहेंगे? आपके पास आप जो हॉस्टल है अवेलेबल है आपके पास? कोई सर हॉस्टल अवेलेबल नहीं है, हम यहीं पर रोड पे ही रहेंगे, रात भर हम रोड पे ही रहेंगे। भूख हड़ताल होगी हमारी, क्योंकि हमारी लाइफ के साथ खेला जा रहा है। फीस की बात अगर आती है सर तो फीस लेने के लिए ये तैयार हैं, लेकिन हमारी लाइफ का सवाल है, अभी कोई सुन नहीं रहा है हमारी लाइफ के बारे में। कुछ बच्चे हैं ਜਿਹੜੇ ਨਰਸਿੰਗ ਕਾਲਜਸ ਤੋਂ ਆਏ हैं, ਉਹਨਾਂ ਦੇ एग्जाम्स ਜਿਹੜੇ हैं यूनिवर्सिटी ਵੱਲੋਂ ਸ਼ਡਿਊਲ ਕੀਤੇ ਗਏ हैं इन द मंथ ऑफ नवंबर। सो ਉਹਨਾਂ ਵਿੱਚੋਂ ਕੁਝ ਬੱਚੇ ਜਿਹੜੇ ਹੈਗੇ हैं फ्रॉम आउटसाइड स्टेट्स, ਉਹ ਜਿਹੜੇ हैं ਉਹਨਾਂ ਦੀ ਕੁਝ ਡਿਮਾਂਡ ਸੀਗੀਆਂ ਪੇਪਰਸ ਨੂੰ ਲੈ ਕੇ ਕਿ ਨਾ ਕੀਤੇ ਜਾਣ, ਤੇ ਉਹਨਾਂ ਵਾਸਤੇ ਇਹ ਬੱਚੇ ਇੱਥੇ ਪ੍ਰੋਟੈਸਟ ਕਰ ਰਹੇ ਸੀ। ਇਹਨਾਂ ਦਾ ਕਹਿਣਾ ਕਿ ਬਾਹਰ ਯੂਨੀਵਰਸਿਟੀਜ਼ ਨੇ ਐਗਜ਼ਾਮ ਜਿਹੜੇ ਆ ਉਹਨੂੰ ਕਲਾਸ ਪ੍ਰਮੋਟ ਕਰਦੇ ਨੇ, ਚੰਗਾ ਇਹ ਯੂਨੀਵਰਸਿਟੀ ਤੋਂ देखो जी, हर यूनिवर्सिटी का जोड़ा है डिफरेंट मकैनिज़म रहिंदा है। इस यूनिवर्सिटी ने पहला भी एग्जाम्स कंडक्ट किए हैं, असी कॉन्टीन्यूअसली फॉर अदर स्ट्रीम्स ऑल्सो एग्जाम कंडक्ट कर रहे हैं। सो ऑन द सेम लाइन्स जोड़ा है इन्हां दी डेट शीट भी असी तैयार की, इन्हां वालों सानू मेल्स रिसीव हुई सी कि बहुत अर्ली है, जिस दे बेसिस ते असी इन्हां दे पेपर पोस्टपोन भी कर दिते। बट वो फरदर हुण जिहड़ी इन्हां दी रिक्वेस्ट आ गई है कि पेपर ना किया जाए, वो थोड़ा जा ਜਿਹੜਾ ਚੀਜ਼ ਹੈ ਉਹ ਐਕਸੈਪਟੇਬਲ ਨਹੀਂ ਹੈਗੀ ਹੈ, ਐਂਡ ਸੋ ਵੀ ਆਰ ਕੰਡਕਟਿੰਗ ਦ ਐਗਜ਼ਾਮਸ ਐਜ਼ ਪਰ ਦ ਸ਼ਡਿਊਲ ਜੀ। ਬੱਚੇ ਵੀ ਆਏ ਸੀ, ਉਹ ਸੈਟੀਸਫਾਈ ਹੋਏ? देखो जी, इन्होंने 3-4 इशूज़ सीगे, उन्होंने विच आप विच ही थोड़ा हजे डिसएग्रीमेंट सीगे। कुछ उन्होंने जो बच्चे चाहते ऑनलाइन होवे, JNK वाले बच्चे ओबवियसली ऑनलाइन नहीं दे सकते क्योंकि उत्थे नेटवर्क इशूज़ हैगे हैं। सो उन्होंने असीं ये क्लीयर कर दिता है दैट द एग्जाम्स विल हैपन, बिकॉज हुण तक गवर्नमेंट वालों कॉलेजेस एंड स्कूल्स खोलण दी भी डायरैक्शनस आ गई हैं। सो एग्जाम्स तो होने ही हैं, बट वो कंसिडरिंग द कोविड सिचुएशन और प्रॉपर जिहड़ियां प्रिकॉशनस लईआं जाणगीआं। उन्होंने कुछ इशूज़ सीगे कि जो कोई कोविड पॉजिटिव बच्चा आ जाता है तो उहदे रिगार्डिंग की कीता जाएगा। सो वो असीं ਪਹਿਲਾਂ ਵੀ ਇੰਸ਼ੋਰ ਕੀਤਾ ਹੈ, ਇੱਦਾਂ ਦੇ ਬੱਚਿਆਂ ਨੂੰ ਅਸੀਂ ਐਡਿਕੁਏਟ ਟਾਈਮ ਦਿੱਤਾ ਸੀ, ਉਹਨਾਂ ਦਾ ਸੈਪਰੇਟ ਐਗਜ਼ਾਮ ਲਿਆ ਗਿਆ ਸੀ। ਹੁਣ ਜਿਸ ਤਰੀਕੇ ਦਾ ਮਾਹੌਲ ਹੈ, ਲੜਕੀਆਂ ਬੰਦ ਨੇ ਜੀ ਜੀ ਕੀ ਲੱਗਦਾ ਸਰ ਬੱਚੇ ਕੋਲ? ਦੇਖੋ ਜੀ, ਵਾਟ ਐਵਰ ਇਜ਼ ਦ ਸਿਚੁਏਸ਼ਨ, ਉਹਨੂੰ ਕੰਸੀਡਰ ਕਰਕੇ ਹੀ ਜਿਹੜਾ ਹੈ ਯੂਨੀਵਰਸਿਟੀ ਡਿਸੀਜਨ ਲਏਗੀ। ਸੋ ਜੇ ਕੋਈ ਇਸ ਤਰ੍ਹਾਂ ਦੀ ਸਿਚੁਏਸ਼ਨ ਆਉਂਦੀ ਹੈ दैट वुड बी टेकन केयर ऑफ। कितने बच्चे ऐसे हैं जो ये देखो जी, ये जोड़े बच्चे हैं साढ़े को सिर्फ 15 भी आए हैं ऑफ द होल जोड़ा साढ़े नर्सिंग कॉलेजेस दे लगभग 4000 बच्चे हैं। सो सानू जोड़े मेल्स भी रिसीव हुए हैं वो लगभग 10-15 बच्चों के ही रिसीव हुए हैं। इस तो बाद साढ़े कोई इस तरह का इशू नहीं आया है। ਤੁਹਾਨੂੰ ਇੱਕ ਵਾਰੀ ਜਿਹੜਾ ਇਹਨਾਂ ਤਸਵੀਰਾਂ ਦਿਖਾ ਰਹੇ ਨੇ ਸਟੂਡੈਂਟ ਕਿਸ ਤਰੀਕੇ ਦੇ ਨਾਲ ਜਿਹੜਾ ਇੱਥੇ ਬਾਹਰ ਖੜੇ ਆ, ਆਪਣਾ ਜਿਹੜਾ ਪ੍ਰੋਟੈਸਟ ਜਿਹੜਾ ਉਹ ਕਰ ਰਹੇ ਆ। ਲਗਾਤਾਰ ਉਹਨਾਂ ਦਾ ਪ੍ਰੋਟੈਸਟ ਜਾਰੀ ਹੈ। ਤੁਹਾਨੂੰ ਦੱਸ ਦਿੰਦੇ ਕਿ ਪੰਜਾਬ ਦੇ ਨਾਲ ਬਾਹਰਲੇ ਰਾਜਾਂ ਤੋਂ ਵੀ ਇੱਥੇ ਜਿਹੜੇ ਸਟੂਡੈਂਟ ਆਏ ਆ, ਜਿਹੜੇ ਲਗਾਤਾਰ ਆਪਣੀਆਂ ਮੰਗਾਂ ਨੂੰ ਲੈ ਕੇ ਇੱਥੇ ਯੂਨੀਵਰਸਿਟੀ ਦੇ ਅਧਿਕਾਰੀਆਂ ਦੇ ਨਾਲ ਵੀ ਗੱਲ ਕਰਨੀ ਉਹਨਾਂ ਨੇ ਚਾਹੀਦੀ, ਪਰ ਉਹਨਾਂ ਦੀ ਕਿਸੇ ਨੇ ਅਜੇ ਤੱਕ ਉਹਨਾਂ ਦਾ ਇਹੀ ਕਹਿਣਾ ਕਿ ਗੱਲ ਨਹੀਂ ਸੁਣੀਗੀ। ਤੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਹੀ ਪਤਾ ਲੱਗੇਗਾ ਕਿ ਯੂਨੀਵਰਸਿਟੀ ਦੇ ਅਧਿਕਾਰੀ ਉਹਨਾਂ ਨਾਲ ਗੱਲਬਾਤ ਕਰਦੇ ਆ ਤੇ ਇਹ ਆਪਣਾ ਕਦੋਂ ਤੱਕ ਜਿਹੜਾ ਸੰਘਰਸ਼ ਖਤਮ ਕਰਨਗੇ। ਫਰੀਦਕੋਟ ਤੋਂ ਕੈਮਰਾਮੈਨ ਮਨਪ੍ਰੀਤ ਦੇ ਨਾਲ ਗੁਰਜੀਤ ਰਮਾਣਾ, ਗਲੋਬਲ ਪੰਜਾਬ TV। ਦੁਨੀਆ ਵਿੱਚ ਹਰ ਪਲ ਕਿਤੇ ਨਾ ਕਿਤੇ ਕੁਝ ਨਾ ਕੁਝ ਵਾਪਰਦਾ ਰਹਿੰਦਾ ਹੈ। ਅਸੀਂ ਰਿਸ਼ਵਤ ਦੇ ਕੇ ਕੰਮ ਕਰਾਉਣਾ ਠੀਕ ਸਮਝਦੇ ਹਾਂ। ਅਸੀਂ ਚੋਣਾਂ ਸਮੇਂ ਅੱਖਾਂ ਬੰਦ ਕਰਕੇ ਲੀਡਰ ਚੁਣਦੇ ਹਾਂ। ਲੋਕ ਵਿਰੋਧੀ ਕਾਨੂੰਨ ਬਣ ਜਾਂਦੇ ਹਨ, ਪਰ ਅਸੀਂ ਬੇਖਬਰ ਹੁੰਦੇ ਹਾਂ। ਦੰਗੇ ਹੁੰਦੇ ਨੇ, ਬਲਾਤਕਾਰ ਹੁੰਦੇ ਨੇ, ਸਕੈਂਡਲ ਹੁੰਦੇ ਨੇ, ਲੋਕਤੰਤਰ ਵਿਲਕਣ ਲੱਗਦਾ ਏ। ਚਲੰਤ ਮੁੱਦਿਆਂ ਦੀ ਤਹਿ ਤੱਕ ਜਾਇਆ ਕਰਾਂਗੇ, ਸੁੱਤਿਆਂ ਨੂੰ ਜਗਾਇਆ ਕਰਾਂਗੇ, ਝੂਠਿਆਂ ਨੂੰ ਭਜਾਇਆ ਕਰਾਂਗੇ। ਵੇਖੋ ਸਾਡਾ ਖਾਸ ਪ੍ਰੋਗਰਾਮ ਚਰਚਾ ਗਲੀ ਗਲੀ
ਹਰ ਬੁੱਧਵਾਰ ਤੋਂ ਸ਼ਨੀਵਾਰ ਸ਼ਾਮ 7:30 ਵਜੇ ET ਤੁਹਾਡੇ ਆਪਣੇ ਗਲੋਬਲ ਪੰਜਾਬ ਟੀਵੀ ਤੇ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ, roku ਅਤੇ Amazon Fire TV ਤੇ ਜਾਂ Apple TV ਤੇ। ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ।